ਸਤਿ ਸ਼੍ਰੀ ਅਕਾਲ ਦੋਸਤੋ। ਲਵ 23 ਲੈਂਡ ਦਿਲ ਸੇ ਬਾਈ ਨੀਲੂ ਨੂੰ ਪਿਆਰ ਦੇਣ ਦੇ ਲਈ ਤਹਿ ਦਿਲੋਂ ਸ਼ੁਕਰੀਆ। ਮੈਂ ਹਾਂ ਨੀਲੂ ਸ਼ਰਮਾ। ਜਿਸ ਤਰ੍ਹਾਂ ਤੁਸੀਂ ਮੇਰੀਆਂ ਕਹਾਣੀਆਂ ਨੂੰ ਪਿਆਰ ਦੇ ਰਹੇ ਹੋ, ਉਸ ਨਾਲ ਮੈਨੂੰ ਮੋਟੀਵੇਸ਼ਨ ਵੀ ਮਿਲ ਰਹੀ ਹੈ ਕਿ ਮੈਂ ਹੋਰ ਵੀ ਵਧੀਆ ਕਹਾਣੀਆਂ ਲੈ ਕੇ ਤੁਹਾਡੇ ਰੂਬਰੂ ਹੋਵਾਂ। ਇਹ ਸਿਰਫ ਕਹਾਣੀਆਂ ਹੀ ਨਹੀਂ, ਬਲਕਿ ਮੇਰੀ ਜ਼ਿੰਦਗੀ ਦੇ ਵਿੱਚ ਆਏ ਕੁਝ ਲੋਕਾਂ ਦੀ ਹੱਡ ਬੀਤੀ ਵੀ ਹੈ, ਜਿਸ ਨੂੰ ਮੈਂ ਸ਼ਬਦਾਂ ਦੇ ਵਿੱਚ ਪਿਰੋਣ ਦੀ ਕੋਸ਼ਿਸ਼ ਕਰਦੀ ਹਾਂ। ਮੇਰੀ ਕੋਸ਼ਿਸ਼ ਹੈ ਕਿ ਮੈਂ ਤੁਹਾਡੇ ਸਾਹਮਣੇ ਸਮਾਜ ਦੇ ਵੱਖ-ਵੱਖ ਹਿੱਸਿਆਂ ਦੀ ਤਸਵੀਰ ਪੇਸ਼ ਕਰਾਂ ਤਾਂ ਜੋ ਸਾਨੂੰ ਸਹੀ ਤੇ ਚੰਗੀ ਸੇਧ ਮਿਲ ਸਕੇ। ਤੇ ਅੱਜ ਦੀ ਕਹਾਣੀ ਕੁਝ ਇਸ ਤਰ੍ਹਾਂ ਦੀ ਹੈ। ਜ਼ਰੂਰੀ ਤੇ ਨਹੀਂ ਜ਼ਿੰਦਗੀ ਹਮੇਸ਼ਾ ਇੱਕੋ ਜਿਹੀ ਚੱਲੇ, ਕਦੇ ਉੱਪਰ ਤੇ ਕਦੇ ਥੱਲੇ। ਇਹ ਜ਼ਿੰਦਗੀ ਹੁੰਦੀ ਹੀ ਰਹਿੰਦੀ ਹੈ। ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕਦੋਂ ਟੇਢਾ ਮੋੜ ਆਵੇ, ਜਦ ਉਸਦੀ ਪੂਰੀ ਜ਼ਿੰਦਗੀ ਉਲਟ ਹੋ ਜਾਵੇ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪਰ ਹਾਂ, ਇਸ ਗੱਲ ਦਾ ਤਜਰਬਾ ਹੁਣ ਮੈਨੂੰ ਹੋ ਚੁੱਕਿਆ ਸੀ, ਇਸ ਲਈ ਜ਼ਿੰਦਗੀ ਦੇ ਨਾਲ ਖੇਡਣਾ ਮੈਂ ਬੰਦ ਕਰ ਦਿੱਤਾ ਸੀ। ਮੈਂ ਆਪਣੀ ਜ਼ਿੰਦਗੀ ਦੇ ਨਵੇਂ ਐਕਸਪੀਰੀਅੰਸ ਨੂੰ ਆਪਣੀ ਕਿਤਾਬ ਦੇ ਵਿੱਚ ਜ਼ਰੂਰ ਲਿਖਦਾ ਸੀ ਕਿ ਸ਼ਾਇਦ ਇਸ ਤੋਂ ਕੋਈ ਦੂਜਾ ਕੁਝ ਨਵਾਂ ਕੁਝ ਸਿੱਖ ਸਕੇ ਤੇ ਕਿਤੋਂ ਬਚ ਸਕੇ। ਮੈਂ ਨੀਰਜ ਹਾਂ। ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਸੀ ਮੈਨੂੰ। ਆਪਣੇ ਘਰ ਦੇ ਵਿੱਚ ਇੱਕ ਖਾਸ ਕਮਰਾ, ਜਿੱਥੇ ਮੈਂ ਇਕੱਲਾ ਬੈਠ ਸ਼ਾਂਤੀ ਦੇ ਨਾਲ ਆਪਣੇ ਸ਼ੌਂਕ ਨੂੰ ਪੂਰਾ ਕਰਦਾ। ਕਹਿੰਦੇ ਨੇ ਕਿ ਕਿਤਾਬਾਂ ਇਕੱਲੇ ਜ਼ਿੰਦਗੀ ਦੀਆਂ ਪਾਰਟਨਰ ਵੀ ਬਣ ਜਾਂਦੀਆਂ ਨੇ। ਮੈਂ ਉਹਨਾਂ ਦਿਨਾਂ ਦੇ ਵਿੱਚ ਇੱਕ ਖਾਸ ਕਿਤਾਬ ਤੇ ਬਹੁਤ ਹੀ ਜ਼ਿਆਦਾ ਧਿਆਨ ਦੇ ਨਾਲ ਸਟੱਡੀ ਕਰ ਰਿਹਾ ਸੀ, ਜਿਸ ਦਾ ਨਾਮ ਸੀ ਦੂਸਰੀ ਦੁਨੀਆ। ਸਾਡੇ ਤੋਂ ਇਲਾਵਾ ਉਸ ਪਾਰ ਦੀ ਦੁਨੀਆ, ਜਿਸ ਨੂੰ ਨਾ ਕਦੇ ਕਿਸੇ ਨੇ ਦੇਖਿਆ ਤੇ ਨਾ ਹੀ ਉਸ ਪਾਰ ਤੋਂ ਕੋਈ ਇੱਧਰ ਆ ਸਕਿਆ। ਸੁਣਨ ਦੇ ਵਿੱਚ ਅਜੀਬ ਹੈ, ਪਰ ਕਈ ਲੋਕਾਂ ਨੇ ਇਸ ਬਾਰੇ ਬਹੁਤ ਸਾਰੀਆਂ ਖੋਜਾਂ ਵੀ ਸ਼ੁਰੂ ਕੀਤੀਆਂ ਹੋਈਆਂ ਨੇ। ਮੈਂ ਸ਼ੇਅਰ ਮਾਰਕੀਟ ਦੇ ਵਿੱਚ ਕੰਮ ਕਰਦਾ ਸੀ। ਅੱਧੇ ਤੋਂ ਜ਼ਿਆਦਾ ਪੈਸੇ ਮੇਰੇ ਡੁੱਬ ਵੀ ਚੁੱਕੇ ਸਨ। ਹਰ ਰੋਜ਼ ਟੈਨਸ਼ਨ ਦੇ ਵਿੱਚ ਇੱਕ ਹੱਥ ਸ਼ਰਾਬ ਦਾ ਗਲਾਸ ਤੇ ਦੂਜੇ ਪਾਸੇ ਕਿਤਾਬਾਂ 'ਚ ਗੁਆਚਣ ਦਾ ਸਿਲਸਿਲਾ ਕਿ ਕਿੱਦਾਂ ਇਹਨਾਂ ਸਭ ਮੁਸ਼ਕਿਲਾਂ ਦੇ ਵਿੱਚੋਂ ਮੈਂ ਖੁਦ ਨੂੰ ਬਾਹਰ ਕੱਢਾਂ। ਇਹ ਕੋਈ ਇੱਕ ਮੁਸੀਬਤ ਨਹੀਂ ਸੀ ਮੇਰੀ ਜ਼ਿੰਦਗੀ ਦੀ। ਮੇਰਾ ਤੇ ਮੇਰੀ ਵਹੁਟੀ ਦਾ ਡਿਵੋਰਸ ਕੇਸ ਚੱਲ ਰਿਹਾ ਸੀ, ਜਿਸ ਕਰਕੇ ਦਿਮਾਗ ਦੇ ਵਿੱਚ ਹੋਰ ਵੀ ਜ਼ਿਆਦਾ ਟੈਨਸ਼ਨ। ਸਮਝ ਨਹੀਂ ਆ ਰਹੀ ਸੀ ਕਿ ਕਿਸ ਪਾਸੇ ਜਾਵਾਂ। ਸਮਝਾਉਣ ਦੀ ਬੜੀ ਕੋਸ਼ਿਸ਼ ਵੀ ਕੀਤੀ, ਪਰ ਹਰ ਵਾਰ ਫੇਲ। ਛੋਟੀ ਜਿਹੀ ਗੱਲ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਕੋਰਟ ਤੱਕ ਜਾ ਪਹੁੰਚਿਆ। ਫਿਕਰ ਜ਼ਿਆਦਾ ਮੈਨੂੰ ਮੇਰੇ 2 ਬੱਚਿਆਂ ਦੀ ਸੀ, ਜਿਸ ਕਰਕੇ ਮੈਂ ਹੋਰ ਵੀ ਜ਼ਿਆਦਾ ਚਿੰਤਾ ਦੇ ਵਿੱਚ ਰਹਿਣ ਲੱਗਾ। ਚੰਗੀ ਭਲੀ ਜ਼ਿੰਦਗੀ ਪਤਾ ਨਹੀਂ ਕਿੱਧਰ ਨੂੰ ਚਲੀ ਗਈ। ਹਰ ਰੋਜ਼ ਰੱਬ ਅੱਗੇ ਖੜਾ ਹੋ ਕੇ ਦੁਆਵਾਂ ਮੰਗਦਾ, ਸਭ ਕੁਝ ਪਹਿਲਾਂ ਵਰਗਾ ਹੋ ਜਾਵੇ। ਪਰ ਕਹਿੰਦੇ ਆ ਨਾ, ਚੀਜ਼ਾਂ ਸਹੀ ਹੋਣ ਦੇ ਲਈ ਆਪਣਾ ਵਕਤ ਲੈਂਦੀਆਂ ਨੇ। ਬਸ ਇਹੋ ਕੁਝ ਮੇਰੇ ਨਾਲ ਉਸ ਸਮੇਂ ਹੋ ਰਿਹਾ ਸੀ। ਪਤਾ ਨਹੀਂ ਕਿੰਨਾ ਸਮਾਂ ਹੋਰ ਲੱਗਦਾ ਇਹਨਾਂ ਸਭ ਗੱਲਾਂ ਨੂੰ ਠੀਕ ਹੁੰਦਿਆਂ। ਆਫਿਸ ਨਹੀਂ ਜਾਣਾ, ਘਰ ਬੈਠ ਕੁਝ ਨਾ ਕੁਝ ਸੋਚੀ ਜਾਣਾ, ਪਰ ਸੋਚਣ ਦੇ ਨਾਲ ਅੱਜ ਤੱਕ ਕਿਸੇ ਦਾ ਕੁਝ ਬਣਿਆ ਨਹੀਂ। ਮੈਂ ਉਸ ਦਿਨ ਆਪਣੀ ਕਿਤਾਬਾਂ ਵਾਲੇ ਕਮਰੇ ਦੇ ਵਿੱਚ ਬੈਠ ਦੂਸਰੀ ਦੁਨੀਆ ਨਾਮ ਦੀ ਕਿਤਾਬ ਪੜ੍ਹ ਰਿਹਾ ਸੀ ਕਿ ਸਾਡੇ ਵਰਗੇ ਲੋਕ ਦੂਜੀ ਦੁਨੀਆ ਦੇ ਵਿੱਚ ਵੀ ਹੁੰਦੇ ਨੇ। ਉਹ ਰਹਿੰਦੇ ਵੀ ਸਾਡੇ ਕੋਲ ਨੇ, ਪਰ ਅਸੀਂ ਉਹਨਾਂ ਨੂੰ ਨਾ ਦੇਖ ਸਕਦੇ ਹਾਂ, ਨਾ ਹੀ ਉਹਨਾਂ ਨੂੰ ਸੁਣ ਸਕਦੇ ਹਾਂ। ਮੇਰਾ ਇੰਟਰਸਟ ਉਸ ਕਿਤਾਬ ਦੇ ਵੱਲ ਵੱਧਦਾ ਗਿਆ ਤੇ ਮੈਂ ਪਲਟਦਾ ਗਿਆ ਉਸ ਕਿਤਾਬ ਦੇ ਪੰਨਿਆਂ ਨੂੰ। ਜਦੋਂ ਇਹ ਕਿਤਾਬ ਮੈਂ ਅੱਧੀ ਪੜ੍ਹ ਲਈ ਤਾਂ ਪਤਾ ਨਹੀਂ ਕਦ ਮੈਨੂੰ ਨੀਂਦ ਆ ਗਈ। ਅਗਲੇ ਦਿਨ ਮੈਂ ਉੱਠਿਆ ਤੇ ਮੈਂ ਆਪਣੇ ਆਪ ਨੂੰ ਕੁਰਸੀ ਤੇ ਹੀ ਪਾਇਆ। ਉਸ ਦਿਨ ਲੱਗਾ ਕਿ ਮੈਂ ਅੱਜ ਆਪਣੇ ਮਾਤਾ ਪਿਤਾ ਨੂੰ ਪਿੰਡ ਜਾ ਕੇ ਮਿਲ ਕੇ ਆਉਣਾ। ਬਸ ਤਿਆਰ ਹੋ ਕੇ ਨਿਕਲ ਜਾਣਾ ਉਹਨਾਂ ਨੂੰ ਮਿਲਣ ਦੇ ਲਈ। ਸ਼ਹਿਰ ਤੋਂ 150 ਕਿਲੋਮੀਟਰ ਦੂਰ ਸਾਡਾ ਪਿੰਡ ਪਹਾੜਾਂ ਦੇ ਵਿੱਚ ਸੀ। ਘੁੰਮਣ ਕਮੇਰੀਆਂ ਵਾਲੇ ਰਸਤੇ, ਉਤਾਰ ਚੜਾਵ। ਹੌਲੀ ਮੈਂ ਚੱਲਦਾ ਰਿਹਾ ਕਿ ਸ਼ਾਮ ਤੋਂ ਪਹਿਲਾਂ ਪਹੁੰਚ ਜਾਵਾਂ, ਕਿਉਂਕਿ ਕੁਝ ਦਿਨ ਪਹਿਲਾਂ ਹੀ ਸੜਕ ਹਾਦਸੇ ਦੇ ਵਿੱਚੋਂ ਬਾਲ ਬਚੇ ਸਨ। ਇਸ ਲਈ ਸੋਚਿਆ ਕਿ ਕੁਝ ਦਿਨ ਇਹਨਾਂ ਟੈਨਸ਼ਨਸ ਤੋਂ ਦੂਰ ਹੋਇਆ ਜਾਵੇ। ਰਸਤੇ ਦੇ ਵਿੱਚ ਅਚਾਨਕ ਮੌਸਮ ਬਦਲਦਾ ਹੈ ਤੇ ਧੁੱਪ ਦੀ ਥਾਂ ਛਾਂ ਤੇ ਧੁੰਦ ਵਾਲਾ ਮੌਸਮ ਬਣ ਜਾਂਦਾ ਹੈ। ਕਾਫੀ ਚੰਗਾ ਲੱਗ ਰਿਹਾ ਸੀ। ਪਹਾੜੀ ਰਸਤਿਆਂ ਦੇ ਵਿੱਚ ਛੋਟੀਆਂ ਟਰਨਲ ਬਣੀਆਂ ਹੋਈਆਂ ਨੇ। ਮੈਂ ਜਦ ਵੀ ਉਸ ਟਰਨਲ ਦੇ ਵਿੱਚ ਐਂਟਰ ਕੀਤਾ ਤਾਂ ਹਨੇਰੇ ਤੋਂ ਇਲਾਵਾ ਕੁਝ ਵੀ ਨਹੀਂ ਦੇਖਿਆ। ਜਦ ਟਰਨਲ ਖਤਮ ਹੁੰਦੀ ਹੈ ਤਾਂ ਲੱਗਿਆ ਕਿ ਕਿਸੇ ਗਲਤ ਰਸਤੇ ਦੇ ਵਿੱਚ ਦਾਖਲ ਹੋ ਗਿਆ। ਸਭ ਕੁਝ ਬਦਲਿਆ ਲੱਗ ਰਿਹਾ ਸੀ। ਕੱਚੇ ਰਸਤੇ ਦੀ ਥਾਂ ਪੱਕੀ ਸੜਕ ਸੀ, ਪਰ ਦੂਰ ਤੱਕ ਆਬਾਦੀ ਨਹੀਂ। ਪਰ ਜਿੱਥੋਂ ਤੱਕ ਮੈਨੂੰ ਪਤਾ ਸੀ, ਸਾਡੇ ਪਿੰਡ ਨੂੰ ਤਾਂ ਕੱਚੀ ਸੜਕ ਜਾਂਦੀ ਸੀ। ਮੈਨੂੰ ਬਸ ਇਹੀ ਸੀ ਕਿ ਕਿਸੇ ਤਰ੍ਹਾਂ ਆਪਣੇ ਘਰ ਪਹੁੰਚ ਜਾਵਾਂ। ਤਕਰੀਬਨ 4 ਸਾਲਾਂ ਬਾਅਦ ਮੈਂ ਆਪਣੇ ਘਰ ਨੂੰ ਜਾ ਰਿਹਾ ਸੀ। ਦਿਲ ਦੇ ਵਿੱਚ ਆਇਆ ਕਿ ਸ਼ਾਇਦ ਪਿੰਡ ਦਾ ਵਿਕਾਸ ਹੋ ਚੁੱਕਿਆ। ਬੜੀ ਮੁਸ਼ਕਿਲ ਦੇ ਨਾਲ ਮੈਂ ਆਖਿਰ ਆਪਣੇ ਘਰ ਤੱਕ ਪਹੁੰਚ ਹੀ ਗਿਆ। ਦਰਵਾਜ਼ਾ ਖੜਕਾਇਆ ਤਾਂ ਕਿਸੇ ਹੋਰ ਹੀ ਔਰਤ ਨੇ ਦਰਵਾਜ਼ਾ ਖੋਲ੍ਹਿਆ। ਮੈਂ ਕਿਹਾ, ਤੁਸੀਂ ਕੌਣ? ਤਾਂ ਉਸਦਾ ਕਹਿਣਾ ਸੀ ਕਿ ਤੁਸੀਂ ਕੌਣ ਹੋ? ਮੈਂ ਘਬਰਾ ਗਿਆ ਕਿ ਸ਼ਾਇਦ ਮੈਂ ਗਲਤ ਪਤੇ ਤੇ ਪਹੁੰਚ ਗਿਆ, ਪਰ ਨਹੀਂ, ਉਹ ਮੇਰਾ ਹੀ ਘਰ ਸੀ।
मैं उसनूं अपने माता पिता की फोटो दिखाउणा तो उस औरत का कहना सी कि 10 साल पहला असीं ये घर किसी बिल्डर के कोलों खरीदिया सी। इत्थे हुण मियाँ बीबी नहीं रहिंदे। जद गुआंढियां दे कोलों पुछदा तो पता चलता है कि मेरे माँ प्यो नूं तो मरे हुए 10 साल बीत चुके ने। मैं खुद ही मकान वेच के गया सी, पर मैनूं ये सब कुछ झूठ लग रहा सी। मैं अपने मोबाइल तो अपने पिता का नंबर ट्राई करदा, पर वो इनवैलिड यानी कि गलत शो कर रहा सी। समझ नहीं आ रही सी कि उस समय की चल रहा है मेरे नाल। मैं गुस्से दे विच वापस गड्डी मोड़ लेना, घबराया होया किते माता पिता मुसीबत दे विच ना हो। उन्हां दा नंबर भी नहीं लग रहा सी। समा भी शाम दा सी। रस्ते दे विच जद फिर वो टनल दे कोल पहुंचदा, मौसम फिर बदलता है, हर पासे धुंध, मौसम ठंडा हो जाता है। मैनू फिर लगा कि मैं किसी होर जगह पहुंच गया। किसी तरह हिम्मत दे नाल मैं अपने घर नूं पहुंच जाना। फिर अपने पिता का फोन ट्राई करदा तो नंबर लग गया ते मैं पूछा कि तुसीं कित्थे हो, तो उन्हां दा जवाब सी असीं तां घरे हां, पर तेरा नंबर कल दा नहीं लग रहा सी। मैं उन्हां दी गल सुन के हैरान हुंदा कि जे ये इत्थे ने तां उत्थे कौन सी। मैनू नींद नहीं आउंदी। मैं वापस अपने किताबां वाले कमरे दे विच दौड़ के उस किताब नूं पढ़ना शुरू करदा, जिस विच साफ-साफ लिखिया सी कि कई बार दूजी दुनिया साडे आले दुआले ही चल रही हुंदी है, पर सानू पता नहीं हुंदा। जदों समय दा चक्कर बदलदा है तां असीं दूजी दुनिया दे विच कई बार पहुंच जांदे हां। कई वारी समय तो अगे या फिर कई बार समय तो पिछे असीं उस दुनिया दे विच चले जांदे हां, पर अजिहे किस्सिਆਂ दे विच आदमी अक्सर वापस नहीं आता। जिस तो बाद मैनू एहसास होया कि उस सफ़र दे विच मैं दुनिया दे उस 10 साल पार चला गया सी, जिस विच मेरे माता पिता की मौत हो चुकी सी, पर गनीमत ये रही कि मैं वापस उस चक्कर दे विच अपनी असल जिंदगी दे विच वापस आ चुकिया सी। मैं अपनी अखां दे नाल दूसरी दुनिया देखी सी। ਤੇ ਕਿਸ ਤਰ੍ਹਾਂ ਦੀ ਲੱਗੀ ਅੱਜ ਦੀ ਕਹਾਣੀ ਕਮੈਂਟ ਬਾਕਸ ਦੇ ਵਿੱਚ ਤੁਸੀਂ ਮੈਨੂੰ ਜ਼ਰੂਰ ਦੱਸ ਸਕਦੇ ਹੋ। ਜੇਕਰ ਤੁਹਾਡੇ ਕੋਲ ਵੀ ਕੋਈ ਕਹਾਣੀ ਹੈ ਜਿਸ ਨੂੰ ਤੁਸੀਂ ਮੇਰੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ love23land@gmail.com ਤੇ ਮੇਲ ਕਰ ਸਕਦੇ ਹੋ। ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਸਬਸਕ੍ਰਾਈਬ ਕਰੋ ਤੇ ਹਾਂ ਰੈੱਡ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਕਿ ਤੁਸੀਂ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਪਾ ਸਕੋ। ਮੇਰੀਆਂ ਕਹਾਣੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ, ਆਪਣੇ ਪਰਿਵਾਰ ਦੋਸਤਾਂ ਦੇ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬਣ ਜਾਓ ਲਵ 23 ਲੈਂਡ ਫੈਮਿਲੀ ਦਾ ਹਿੱਸਾ। ਲਵ 23 ਲੈਂਡ ਦਿਲ ਸੇ ਬਾਈ ਨੀਲੂ।